ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਕਈ ਵਾਰ ਖਬਰ ਤੁਹਾਡੇ ਸਾਹਮਣੇ ਅਜਿਹੀ ਆਉਂਦੀ ਆ ਕਿ ਉਹ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ, ਪਰ ਤੁਸੀਂ ਕੁਝ ਨਹੀਂ ਕਰ ਸਕਦੇ। ਸਿਰਫ ਉਹਦੇ ਤੇ ਗੱਲ ਕਰ ਸਕਦੇ ਆ। ਉਹਦੇ ਖੱਬੇ ਪਾਸੇ, ਉਹਦੇ ਸੱਜੇ ਪਾਸੇ, ਉਹਦੇ ਉੱਪਰ, ਉਹਦੇ ਥੱਲੇ ਵਾਲੀਆਂ ਘਟਨਾਵਾਂ ਦੀ ਜਾਣ ਪਛਾਣ ਲੈ ਸਕਦੇ ਆ। ਉੱਥੇ ਕੀ ਹੋਇਆ ਸੀ, ਕਿਵੇਂ ਹੋਇਆ ਸੀ। ਅੱਜ ਦੀ ਇੱਕ ਖਬਰ ਇੱਕ ਅਦਾਲਤੀ ਫੈਸਲੇ ਨਾਲ ਜੁੜੀ ਹੋਈ ਆ, ਤੇ ਉਸ ਖਬਰ ਤੇ ਮੇਰੇ ਨਾਲ ਦੱਸਣਗੇ ਬਿਲਗਾ ਸਾਹਿਬ ਇਹਦੇ ਬਾਰੇ 'ਚ। ਬਿਲਗਾ ਸਾਹਿਬ, ਕਿੱਥੋਂ ਗੱਲ ਸ਼ੁਰੂ ਕਰੀ ਜਾਵੇ? ਇੱਕ ਪੁਲਿਸ ਉਹ ਸੰਸਥਾ ਹੈ ਜਿਹਦੇ ਤੋਂ ਇਨਸਾਫ ਦੀ ਉਮੀਦ ਕੀਤੀ ਜਾਂਦੀ ਹੈ, ਜਿਹੜੀ ਕਿ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ ਬਚਾਉਣ ਲਈ, ਜਾਨ ਮਾਲ ਦੀ ਰੱਖਿਆ ਲਈ, ਲਾਅ ਐਂਡ ਆਰਡਰ ਨੂੰ ਸੰਭਾਲਣ ਲਈ ਵਰਤੀ ਜਾਂਦੀ ਹੈ। ਗੱਲ ਉਸ ਦੌਰ ਦੀ ਹੈ ਜਦੋਂ ਪੰਜਾਬ ਬਹੁਤ ਬੁਰੇ ਸਮੇਂ 'ਚ ਗੁਜ਼ਰ ਰਿਹਾ ਸੀ। 70ਵੇਂ ਦੇ 80ਵੇਂ ਦਹਾਕੇ ਦੀ ਤੋਂ ਲੈ ਕੇ 90ਵੇਂ ਦਹਾਕੇ ਦੇ ਅੱਧ ਤੱਕ, ਜੇ ਆਪਾਂ ਗੱਲ ਕਰੀਏ 1973 ਤੋਂ ਬਾਅਦ, 78 ਤੋਂ ਬਾਅਦ ਘਟਨਾਵਾਂ ਸ਼ੁਰੂ ਹੁੰਦੀਆਂ 77 78 ਤੋਂ, ਤੇ 95 ਤੋਂ ਪਹਿਲਾਂ ਪਹਿਲਾਂ ਲਗਭਗ ਸਮੇਟ ਲਈਆਂ ਜਾਂਦੀਆਂ। ਪਰ ਇੱਕ ਐਸਾ ਦੌਰ ਜਿਸ ਨੂੰ ਕਦੇ ਵੀ ਕੋਈ ਪੰਜਾਬੀ ਭੁੱਲ ਨਹੀਂ ਸਕਦਾ। ਜਿਹੜੇ ਉਸ ਤੋਂ ਬਾਅਦ ਵਿੱਚ ਪੈਦਾ ਹੋਇਆ ਉਹ ਵੀ ਉਹਦੇ ਨਾਲ, ਉਹਦੇ ਸੇਕ ਦੇ ਵਿੱਚ ਹਾਲੇ ਵੀ ਗਰਮੀ ਉਹਦੀ ਮਹਿਸੂਸ ਕਰਦੇ ਆ, ਉਹਦੀ ਤਪਸ਼, ਉਹਦੀ ਜਿਹੜੀ ਸੜਨ ਆ ਉਹ ਮਹਿਸੂਸ ਕਰਦੇ ਆ। ਡਾਕਟਰ ਸਾਹਿਬ, ਮੈਂ ਬਹੁਤ ਲੰਬੀਆਂ ਗੱਲਾਂ ਨਾ ਕਰਾਂ, ਤੁਸੀਂ ਅੱਜ ਦੀ ਇਹ ਜਿਹੜੀ ਅਦਾਲਤ ਦਾ ਫੈਸਲਾ ਆ ਉਹ ਕੀ ਆ ਤੇ ਕਿਵੇਂ ਆ ਤੇ ਕਿੱਦਾਂ ਆ, ਇਹਦੇ ਬਾਰੇ ਦੱਸੋ ਜੀ ਸ਼ਰਮਾ ਜੀ, ਜਿਹੜੀ ਅੱਜ ਦੀ ਤੁਸੀਂ ਘਟਨਾ ਦੀ ਗੱਲ ਕੀਤੀ ਆ ਕਿ ਇਹ 30 ਸਾਲ ਬਾਅਦ ਮਾਝੇ ਦੇ ਪਰਿਵਾਰਾਂ ਨੂੰ, ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਪਰਿਵਾਰਾਂ ਨੂੰ ਇਨਸਾਫ ਕੁਛ ਮਿਲਿਆ ਜੀ। ਭਾਵੇਂ ਕਿ ਉਹਨਾਂ ਦੇ ਗਏ ਹੋਏ ਜੀ ਤਾਂ ਵਾਪਸ ਨਹੀਂ ਆਏ। 30 ਸਾਲ ਦਾ ਇਨਸਾਫ ਜਿਹੜਾ ਮਿਲਿਆ ਆ, ਉਹ 30 ਸਾਲ ਦੇ ਇਨਸਾਫ ਨੇ ਪਰਿਵਾਰ ਨੂੰ ਕੁਛ ਧਰਵਾਸਾ ਦਿੱਤਾ ਆ। ਗੱਲ ਆਪਾਂ ਪਿੱਛੇ ਲੈ ਕੇ ਜਾਵਾਂਗੇ ਤਾਂ ਤੁਸੀਂ ਗੱਲ ਕੀਤੀ ਕਿ 1978 ਤੋਂ ਬਾਅਦ ਹਾਲਾਤ ਬਦਲਦੇ ਨੇ, ਪੰਜਾਬ ਦੇ ਹਾਲਾਤ ਖਰਾਬ ਹੁੰਦੇ ਨੇ, ਤੇ ਹਾਲਾਤ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਆਉਂਦੇ ਨੇ ਕਿ ਬਹੁਤ ਵੱਡਾ, ਖਾਸ ਕਰਕੇ ਪੰਜਾਬ ਖਿੱਤੇ ਦੇ ਨਾਲ 1984 ਹੁੰਦਾ ਹੋਇਆ 1992 93 94 ਤੱਕ ਜਾ ਕੇ ਹਾਲਾਤ ਕਿਸੇ ਰਾਹੇ ਪੈਂਦੇ ਨੇ। ਇਹ ਸਾਰਾ ਜਿਹੜਾ 15 ਕੁ ਸਾਲ ਦਾ ਸਮਾਂ ਸੀਗਾ ਸ਼ਰਮਾ ਜੀ, ਉਸ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਦਾ ਬਹੁਤ ਵੱਡਾ ਘਾਣ ਹੋਇਆ। ਚਾਹੇ ਖਾੜਕੂਵਾਦ ਲਹਿਰ ਨਾਲ ਜੁੜੇ ਹੋਏ ਨੌਜਵਾਨ ਸਨ, ਉਹ ਵੀ ਪੰਜਾਬੀ ਸਨ, ਚਾਹੇ ਜਿਹੜੇ ਪੁਲਿਸ ਮੁਕਾਬਲਿਆਂ ਦੇ ਵਿੱਚ ਪੁਲਿਸ ਮੁਕਾਬਲਾ ਕਰ ਰਹੇ ਨੌਜਵਾਨ ਸਨ, ਉਹ ਵੀ ਪੰਜਾਬੀ ਸਨ। ਭਾਵ ਕਹਿਣ ਦਾ ਸੀ ਕਿ ਦੋਨੇ ਪਾਸੀ ਇਸ ਭਰਾ ਮਾਰੂ ਜੰਗ ਦੇ ਵਿੱਚ ਮਰੇ ਪੰਜਾਬੀਆਂ ਦੇ ਪੁੱਤ, ਚਾਹੇ ਪੁਲਿਸ ਦੇ ਸੀ, ਚਾਹੇ ਉਸ ਲਹਿਰ ਨਾਲ ਜੁੜੇ ਹੋਏ ਲੋਕ ਸੀਗੇ। ਅਗਸਤ 1992 ਦੀ ਜੇ ਘਟਨਾ ਦੇ ਝਾਤ ਮਾਰੀ ਜਾਵੇ ਤੇ ਸਾਹਿਬ ਸਿੰਘ ਨਾਂ ਦਾ ਇੱਕ ਵਿਅਕਤੀ, ਨਾਲ ਉਹਨਾਂ ਦੇ ਦਲਵੀਰ ਸਿੰਘ ਤੇ ਬਲਵਿੰਦਰ ਸਿੰਘ ਫੇਰੂਮਾਨ, ਇਹ ਤਿੰਨੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਸਨ। ਇਹਨਾਂ ਨੂੰ ਥਾਣਾ ਮਹਿਤਾ ਦੇ ਮੁਖੀ ਰਜਿੰਦਰ ਸਿੰਘ, ਜਿਹੜੇ ਉਸ ਵੇਲੇ ਤਤਕਾਲੀ SHO ਸਨ, ਉਹਨਾਂ ਨੇ ਇਸ਼ਤਿਹਾਰੀ ਮੁਜਰਮ ਐਲਾਨ ਦਿੱਤਾ ਸੀਗਾ। ਇਹ ਉਸ ਸਮੇਂ ਦੇ ਦੌਰਾਨ ਆਪਣੇ ਇੱਦਾਂ ਦੇ ਡਰ ਡਰਾਵੇ ਤੋਂ ਬਚਦੇ ਹੋਏ ਕਿਸੇ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਪਹੁੰਚ ਜਾਂਦੇ ਨੇ। ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਜਦੋਂ ਸਥਾਨਕ ਪੁਲਿਸ ਉੱਥੇ ਇਹਨਾਂ ਨੂੰ ਗ੍ਰਿਫਤਾਰ ਕਰਦੀ ਆ ਤੇ ਅਖਬਾਰਾਂ ਵਿੱਚ ਖਬਰਾਂ ਛਪਦੀਆਂ, ਤੇ ਪੰਜਾਬ ਪੁਲਿਸ ਨੇ ਇਹਨਾਂ ਦਾ ਰਿਮਾਂਡ ਲਿਆ ਅਦਾਲਤ ਤੋਂ। ਰਿਮਾਂਡ ਲੈ ਕੇ ਇਹਨਾਂ ਨੂੰ 20 ਦੇ ਕਰੀਬ ਪੰਜਾਬ ਦੇ ਵਿੱਚੋਂ ਅਧਿਕਾਰੀ ਤੇ ਪੁਲਿਸ ਕਰਮਚਾਰੀ ਮੱਧ ਪ੍ਰਦੇਸ਼ ਤੋਂ ਲੈਣ ਗਏ। ਇਹਨਾਂ ਨੂੰ ਪੰਜਾਬ ਦੇ ਵਿੱਚ ਜਦੋਂ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਲੈ ਕੇ ਆਂਦਾ ਸ਼ਰਮਾ ਜੀ, ਤਾਂ ਲਿਆਣ ਕੇ ਇਹਨਾਂ ਨੂੰ ਅੰਮ੍ਰਿਤਸਰ ਸਾਹਿਬ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ। ਤੇ ਰਿਮਾਂਡ ਲੈਣ ਲੱਗਿਆਂ ਇਹਨਾਂ ਨੇ, ਪੁਲਿਸ ਨੇ ਉੱਥੇ ਤੱਥ ਪੇਸ਼ ਕੀਤੇ ਕਿ ਸਾਹਿਬ ਸਿੰਘ, ਬਲਵਿੰਦਰ ਸਿੰਘ ਫੇਰੂਮਾਨ ਤੇ ਦਲਵੀਰ ਸਿੰਘ ਨੇ ਦੱਸਿਆ ਆ ਕਿ ਅਸੀਂ ਕਿਤੇ ਅਗਿਆਤ ਜਗ੍ਹਾ ਦੇ ਉੱਤੇ ਹਥਿਆਰ ਜਿਹੜੇ ਆ ਉਹ ਲੁਕੋਏ ਨੇ। ਉਹ ਸਾਰੀਆਂ ਗੱਲਾਂ ਜਦੋਂ ਹਥਿਆਰਾਂ ਨੂੰ ਲੈ ਕੇ ਹੁੰਦੀਆਂ ਨੇ ਕਿ ਉਹ ਸਮਾਂ ਉੱਦਾਂ ਦਾ ਸੀ ਸ਼ਰਮਾ ਜੀ। ਤੇ ਰਾਤ ਜਿਹੜੀ ਇਹ ਘਟਨਾ ਵਾਪਰਦੀ ਆ, ਇਹ ਘਟਨਾ ਜਿਹੜੀ ਆ 13 ਦਸੰਬਰ 1992 ਦੀ ਉਹ ਰਾਤ, ਜਾਂ ਕਹਿ ਸਕਦੀ ਹੈ ਕਿ ਉਹਨਾਂ ਪਰਿਵਾਰਾਂ ਲਈ ਇਹ ਕਾਲੀ ਰਾਤ। ਲਗਭਗ ਪੁਲਿਸ ਦੇ 20 ਮੁਲਾਜ਼ਮ ਜਦੋਂ ਇਹਨਾਂ ਤਿੰਨਾਂ ਮੁਜਰਮਾਂ ਨੂੰ ਜਾਂ ਤਿੰਨਾਂ ਦੋਸ਼ੀਆਂ ਨੂੰ ਲੈ ਕੇ ਉਸ ਪਿੰਡ ਵੱਲ ਨੂੰ ਨਿਕਲਦੇ ਨੇ, ਜੋ ਪੁਲਿਸ ਦੀ ਕਹਾਣੀ ਵਿੱਚ ਦੱਸਿਆ ਗਿਆ ਹੈ, ਤੇ ਉਹ ਜਦੋਂ ਨਿਕਲਦੇ ਨੇ ਤੇ ਰਾਸਤੇ ਦੇ ਵਿੱਚ ਇਹਨਾਂ ਦਾ ਜਿਹੜਾ ਮੁਕਾਬਲਾ ਕਰਕੇ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਆ। ਤੇ 30 ਸਾਲਾਂ ਬਾਅਦ ਜਿਹੜਾ ਇਨਸਾਫ ਅੱਜ ਦਿੱਤਾ ਆ, CBI ਦੀ ਵਿਸ਼ੇਸ਼ ਅਦਾਲਤ ਦੇ ਜੱਜ RK ਗੁਪਤਾ ਨੇ ਜਿਹੜਾ ਅੱਜ ਇਨਸਾਫ ਪਰਿਵਾਰ ਨੂੰ ਦਿੱਤਾ, ਉਹਦੇ ਵਿੱਚ ਉਸ ਸਮੇਂ ਦੇ ਜਿਹੜੇ ਐਡੀਸ਼ਨਲ SHO ਸੀਗੇ, ਜਿਹੜੇ ਬਾਅਦ ਵਿੱਚ DSP ਬਣ ਕੇ ਰਿਟਾਇਰ ਹੁੰਦੇ ਨੇ, ਤੇ ਇੰਸਪੈਕਟਰ ਤਰਸੇਮ ਲਾਲ, ਇਹ ਤਿੰਨਾਂ ਨੂੰ ਉਮਰ ਕੈਦ ਤੇ 4 ਲੱਖ ਦਾ ਜੁਰਮਾਨਾ ਕੀਤਾ ਆ। ਜੇ ਬਾਕੀ 1-1 ਲੱਖ ਰੁਪਈਆ ਪਰਿਵਾਰਾਂ ਨੂੰ ਦੇਣ ਦੀ ਗੱਲ ਅਦਾਲਤ ਨੇ ਕਹੀ ਆ। ਇਹ ਸਾਰੀਆਂ ਘਟਨਾਵਾਂ ਉਸ ਕਾਲੇ ਸਮੇਂ ਦੇ ਉੱਤੇ ਜਿਹੜਾ ਸਾਡੇ ਇਸ ਪੰਜਾਬ ਦੇ ਖਿੱਤੇ 'ਤੇ ਕਲੰਕ ਲੱਗਿਆ ਸੀਗਾ, ਉਹ ਚੀਜ਼ ਨੂੰ ਦਰਸਾਉਂਦੀਆਂ ਨੇ। ਬਹੁਤ ਅਣਫੋਲੇ ਇੱਦਾਂ ਦੇ ਵਰਕੇ ਸ਼ਰਮਾ ਜੀ, ਜਿਨ੍ਹਾਂ ਵਰਕਿਆਂ ਨੂੰ ਜਦੋਂ ਫੋਲ ਕੇ ਦੇਖਦੇ ਹਾਂ ਤਾਂ ਇਸ ਲੰਘੇ ਸਮੇਂ ਦਾ ਦਰਦ ਹਜੇ ਵੀ ਭੁੱਲਦਾ ਨਹੀਂ।
ਬਿਲਕੁਲ ਬਿਲਕੁਲ ਸਾਹਿਬ, ਤੁਸੀਂ ਦੱਸਿਆ। ਅਸੀਂ ਗੱਲ ਕਰਦੇ ਹਾਂ ਜਾਂ ਗੱਲਾਂ ਜਾਣਦੇ ਹਾਂ ਅੱਜ ਵੀ ਖਾਲੜਾ ਕਮਿਸ਼ਨ ਦੀਆਂ, ਤੇ ਹੋਰ ਬਹੁਤ ਸਾਰੇ ਅਜਿਹੇ ਕੇਸ ਸਾਡੀਆਂ ਨਜ਼ਰਾਂ ਸਾਹਮਣੇ ਗਾਹੇ ਬਗਾਹੇ ਆਉਂਦੇ ਰਹਿੰਦੇ ਨੇ। ਬਿਲਕੁਲ ਸਾਹਿਬ, ਤੁਸੀਂ ਘਟਨਾ ਦੀ ਤਫਸੀਲ ਦੱਸੀ ਕਿ ਕਿੱਥੋਂ ਬੰਦੇ ਫੜੇ ਗਏ, ਕਿਵੇਂ ਇਸ਼ਤਿਹਾਰੀ ਮੁਲਜ਼ਮ ਬਣੇ ਤੇ ਬਾਅਦ ਵਿੱਚ ਉਹ ਮਾਰ ਦਿੱਤੇ ਗਏ। ਜੀ। ਸੀਬੀਆਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ। ਅਸੀਂ ਖਬਰ ਦੇ ਸ਼ੁਰੂਆਤ ਵਿੱਚ ਇਹ ਨਹੀਂ ਦੱਸੇ ਕਿਉਂਕਿ ਕਈ ਵਾਰ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ, ਜਾਂ ਘਟਨਾਵਾਂ ਅਜਿਹੀਆਂ ਹੁੰਦੀਆਂ ਨੇ ਕਿ ਸ਼ਬਦਾਂ ਦੇ ਉੱਤੇ ਕਮਾਂਡ ਵੀ ਜਿਹੜੀ ਉਹ ਨਹੀਂ ਰਹਿੰਦੀ। ਬਿਲਕੁਲ ਸਾਹਿਬ, ਸੀਬੀਆਈ ਕੋਰਟ ਨੇ, ਮਾਣਯੋਗ ਅਦਾਲਤ ਨੇ ਇੱਥੇ ਕੀ ਹੋਰ ਤੱਥ ਦੱਸੇ ਨੇ ਜੀ, ਉਹ ਵੀ ਦੱਸੋ ਇੱਕ ਵਾਰ। ਬਿਲਕੁਲ ਸ਼ਰਮਾ ਜੀ, ਜਿਸ ਵੇਲੇ ਇਹ ਤਿੰਨੇ ਵਿਅਕਤੀ, ਸਾਹਿਬ ਸਿੰਘ ਦੀ ਗੱਲ ਕਰ ਲਓ, ਦਲਵੀਰ ਸਿੰਘ ਦੀ ਤਾਂ ਬਲਵਿੰਦਰ ਸਿੰਘ ਦੀ, ਇਹਨਾਂ ਦੇ ਉੱਪਰ ਜਿਹੜੀ ਮਹਿਤਾ ਪੁਲਿਸ ਸੀਗੀ ਜਾਂ ਰਜਿੰਦਰ ਸਿੰਘ SHO ਸੀਗਾ, ਇਹਨਾਂ ਨੇ ਲਗਭਗ ਜਿਹੜੇ ਸਾਹਿਬ ਸਿੰਘ ਸੀ ਉਹਦੇ ਉੱਤੇ 500 ਮੁਕੱਦਮੇ ਲੁੱਟ ਖੋਹ, ਮਾਰ ਧਾੜ ਦੇ ਜਾਂ ਹੋਰ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਦਰਸਾਏ, ਤੇ ਬਾਕੀਆਂ ਦੇ ਉੱਤੇ ਦੋਨਾਂ ਦੇ 300 ਦੇ ਕਰੀਬ ਮੁਕੱਦਮਾ ਦਰਸਾ ਕੇ ਇਹਨਾਂ ਨੂੰ ਪਹਿਲੇ ਜਿਹੜਾ ਸਾਹਿਬ ਸਿੰਘ ਸੀ ਉਹਨੂੰ 5 ਲੱਖ ਦਾ ਇਸ਼ਤਿਹਾਰੀ ਮੁਲਜ਼ਮ ਦਰਸਾਇਆ ਗਿਆ ਸੀਗਾ, ਤੇ ਦੂਸਰੇ ਜਿਹੜੇ ਸੀਗੇ ਉਹਨਾਂ ਨੂੰ 3 ਲੱਖ ਦਾ ਇਸ਼ਤਿਹਾਰੀ ਮੁਜਰਮ ਜਿਹੜਾ ਠਹਿਰਾਇਆ ਗਿਆ ਸੀਗਾ। ਇਹ ਆਪਣੀ ਜਾਨ ਬਚਾਉਂਦੇ, ਜਿਵੇਂ ਕਿ ਦੱਸਿਆ, ਮੱਧ ਪ੍ਰਦੇਸ਼ ਪਹੁੰਚ ਜਾਂਦੇ ਤੇ ਉੱਥੋਂ ਪੁਲਿਸ ਦੁਆਰਾ ਇਹਨਾਂ ਨੂੰ ਲੈ ਕੇ ਆਉਂਦੀ ਨੇ। ਕਹਾਣੀ ਇੰਜ ਵਾਪਰੀ ਕਿ 13 ਦਸੰਬਰ ਦੀ ਜਿਹੜੀ ਰਾਤ ਨੂੰ ਪੁਲਿਸ ਇਹਨਾਂ ਨੂੰ ਲੈ ਕੇ ਜਦੋਂ ਹਥਿਆਰਾਂ ਵਾਲੀ ਥਾਂ ਵੱਲ ਜਾਂਦੀ ਆ, ਤੇ ਉੱਥੇ ਇਹਨਾਂ ਨੇ ਪੁਲਿਸ ਦੀ ਕਹਾਣੀ ਦੇ ਮੁਤਾਬਕ ਇਹ ਲਿਖਿਆ ਗਿਆ, ਦੱਸਿਆ ਗਿਆ ਆ ਕਿ ਸਾਡੇ ਤੇ ਜਿਹੜੇ ਉਸ ਸਮੇਂ ਦੇ ਖਾੜਕੂ ਸੀਗੇ ਜਾਂ ਅੱਤਵਾਦੀ ਸੀਗੇ, ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਤੇ ਇਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਤੇ ਮੁਕਾਬਲੇ ਦੇ ਵਿੱਚ ਸਾਹਿਬ ਸਿੰਘ, ਬਲਵਿੰਦਰ ਸਿੰਘ ਤੇ ਇਹ ਤਿੰਨੇ ਹੀ ਦੋਸ਼ੀ, ਤੇ ਨਾਲ ਇੱਕ ਹੋਰ ਚੌਥਾ ਵਿਅਕਤੀ ਜਿਹੜਾ ਆ ਉਹ ਜਿਹੜਾ ਉਸ ਮੁਕਾਬਲੇ ਦੇ ਵਿੱਚ ਮਾਰਿਆ ਦਰਸਾਇਆ ਗਿਆ। ਉਸ ਤੋਂ ਬਾਅਦ ਸ਼ਰਮਾ ਜੀ, ਕਿੱਡੀ ਵੱਡੀ ਗੱਲ ਆ ਕਿ ਇਹਨਾਂ ਤਿੰਨਾਂ ਹੀ ਵਿਅਕਤੀਆਂ ਨੂੰ ਜਾਂ ਤਿੰਨਾਂ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਅਣਪਛਾਤੀਆਂ ਦੇਹਾਂ ਦਰਸਾ ਕੇ ਤੇ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ, ਜਿਨ੍ਹਾਂ ਦਾ ਜਦੋਂ ਸੀਬੀਆਈ ਤੱਥ ਘੋਖਦੀ ਆ ਤੇ ਸੀਬੀਆਈ ਦੇ ਵਿੱਚ ਜਦੋਂ ਇਹ ਕੇਸ ਜਾਂਦਾ ਆ, ਸਰਦਾਰ ਸਾਹਿਬ ਸਿੰਘ ਦੇ ਪਿਤਾ ਸਰਦਾਰ ਕਾਹਨ ਸਿੰਘ ਜਿਸ ਵੇਲੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਂਦੇ ਨੇ, ਤੇ 1997 ਦੇ ਵਿੱਚ ਅਦਾਲਤ ਸੁਪਰੀਮ ਕੋਰਟ ਦੇ ਕਹਿਣ ਤੇ ਸੀਬੀਆਈ ਦੇ ਹੱਥ ਕੇਸ ਆਉਂਦਾ ਤੇ FIR ਲਾਂਚ ਹੁੰਦੀ ਆ, ਜਿਹਦੇ ਵਿੱਚ ਅੱਜ ਦੇ ਜਿਹੜੇ ਦੋਸ਼ੀ ਬਣੇ ਨੇ ਦੋ, ਕਿਸ਼ਨ ਸਿੰਘ ਤੇ ਇੰਸਪੈਕਟਰ ਤਰਸੇਮ ਲਾਲ, ਤੇ ਉਹ ਤਤਕਾਲੀ SHO ਜਿਹੜੇ ਰਜਿੰਦਰ ਸਿੰਘ ਜੀ, ਜਿਹੜੇ ਕਿ ਇਸ ਕੇਸ ਦੀ ਚੱਲਦੀ ਕਾਰਵਾਈ ਦੌਰਾਨ ਹੀ ਜਿਹੜੇ ਆ ਇਹ ਦੁਨੀਆ ਛੱਡ ਗਏ। ਇਹ ਸਾਰੇ ਤੱਥ ਘੋਖਣ ਤੋਂ ਬਾਅਦ ਜਦੋਂ ਸੀਬੀਆਈ ਨੇ ਜਾ ਕੇ ਉਹਨਾਂ ਜਿੱਥੇ ਦਰਸਾਇਆ ਗਿਆ ਸੀ ਕਿ ਇਹਨਾਂ ਦੇ ਸੰਸਕਾਰ ਕੀਤੇ ਸਨ, ਉਸ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਉੱਥੇ ਦਾ ਜਦੋਂ ਰਜਿਸਟਰ ਖੋਲ੍ਹਿਆ, ਤੇ ਸ਼ਰਮਾ ਜੀ ਹੈਰਾਨੀ ਵਾਲੀ ਗੱਲ ਉੱਥੇ ਇਹ ਹੋਈ ਕਿ ਉੱਥੇ ਇਹਨਾਂ ਤਿੰਨਾਂ ਦੇ ਰਜਿਸਟਰ ਦੇ ਵਿੱਚ ਨਾਂ ਦਰਜ ਸੀ। ਜਦੋਂ ਇਹਨਾਂ ਤਿੰਨਾਂ ਦੇ ਨਾਂ ਉੱਥੇ ਦਰਜ ਪਾਏ ਗਏ, ਤੇ ਉੱਥੇ ਆਣ ਕੇ ਪੁਲਿਸ ਮੁਲਾਜ਼ਮ ਨੇ ਆਪਣੇ ਦਸਤਖਤ ਕੀਤੇ, ਤੇ ਉਹ ਜਦੋਂ ਉੱਥੋਂ ਤਿੰਨਾਂ ਦੇ ਨਾਂ ਲੱਭ ਜਾਂਦੇ, ਤੇ ਚੌਥੀ ਜਿਹੜੀ ਮ੍ਰਿਤਕ ਦੇਹ ਸੀਗੀ ਉਹਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ, ਤੇ ਨਾ ਅੱਜ ਤੱਕ ਉਹਦੇ ਬਾਰੇ ਕਿਸੇ ਨੇ ਕੋਈ ਕੰਪਲੇਂਟ ਕੀਤੀ ਆ, ਨਾ ਅੱਜ ਤੱਕ ਉਹਦੀ ਕਿਸੇ ਨੇ ਕੋਈ ਮੰਗ ਕੀਤੀ ਹੈ ਕਿ ਸਾਡਾ ਵਿਅਕਤੀ ਕੋਈ ਉਹ ਗੁੰਮ ਹੋਏ। ਗੁੰਮਸ਼ਦਗੀ ਜਿਹੜੀਆਂ 4 ਉੱਥੇ ਮ੍ਰਿਤਕ ਦੇਹਾਂ ਜਿਹੜੀਆਂ ਸੰਸਕਾਰ ਹੋਈਆਂ ਸੀ, ਤਿੰਨਾਂ ਦਾ ਰਿਕਾਰਡ ਉਹਨਾਂ ਨੂੰ ਲੱਭ ਗਿਆ। ਉਸ ਤੋਂ ਬਾਅਦ ਜਿਹੜੇ ਤੱਥ ਘੋਖੇ ਗਏ ਨੇ ਸੀਬੀਆਈ ਅਦਾਲਤ ਦੇ ਵਿੱਚ, ਤੇ ਉੱਥੇ ਅਦਾਲਤ ਨੇ ਦੇਖਿਆ ਕਿ ਜਿਹੜੇ ਮੁਕਾਬਲੇ ਜਾਂ ਜਿਹੜੇ ਦੋਸ਼ਾਂ ਦੇ ਤਹਿਤ ਇਹਨਾਂ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦਿੱਤਾ ਸੀ, ਉਹਦਾ ਕੋਈ ਪੁਲਿਸ ਦੇ ਰਿਕਾਰਡ ਦੇ ਵਿੱਚ ਕੋਈ ਰਿਕਾਰਡ ਲੱਭਾ ਹੀ ਨਹੀਂ ਕਿਤੇ ਵੀ। ਜਿਹੜੇ 500 ਮੁਕੱਦਮੇ ਦੱਸੇ ਗਏ ਸੀ, ਕੋਈ 300 ਮੁਕੱਦਮਾ ਦੱਸਿਆ ਗਿਆ ਸੀ, ਉਹਨਾਂ ਦਾ ਰਿਕਾਰਡ ਸ਼ਰਮਾ ਜੀ ਕਿਤੇ ਵੀ ਰਿਕਾਰਡ ਦੇ ਵਿੱਚ ਨਹੀਂ ਲੱਭਿਆ। ਉਸ ਤੋਂ ਬਾਅਦ ਸੀਬੀਆਈ ਨੇ ਜਦੋਂ ਦੇਖਿਆ ਕਿ ਇਹ ਕੇਸ ਜਿਹੜਾ ਆ ਇਹ ਪੇਚੀਦਾ ਆ, ਇਹ ਸਾਰੇ ਤੱਥਾਂ ਨੂੰ ਦੇਖਦੇ ਹੋਏ ਸੀਬੀਆਈ ਨੇ ਜਦੋਂ ਆਪਣੇ ਤੱਥ ਪੇਸ਼ ਕੀਤੇ ਤਾਂ ਪੁਲਿਸ ਦੇ ਤੱਥ ਉੱਥੇ ਝੂਠੇ ਪੈਂਦੇ ਨਜ਼ਰ ਆਏ। ਇੱਕ 16 ਨੰਬਰ ਰਜਿਸਟਰ ਹੁੰਦਾ ਪੁਲਿਸ ਦਾ, ਉਹਦੇ ਵਿੱਚ ਜਦੋਂ ਵੀ ਕੋਈ ਘਟਨਾ ਘਟਦੀ ਆ ਤੇ ਉਹਦੇ ਵਿੱਚ ਜੋ ਵੀ ਕੋਈ ਹਥਿਆਰ ਵਰਤਿਆ ਜਾਂਦਾ ਆ ਜਾਂ ਕੋਈ ਸਮੱਗਰੀ ਵਰਤੀ ਜਾਂਦੀ ਤਾਂ ਉਹਦੇ ਵਿੱਚ ਸਾਰਾ ਦਰਜ ਕੀਤਾ ਜਾਂਦਾ ਆ। ਫਿਰ ਉਸ ਤੋਂ ਬਾਅਦ 19 ਨੰਬਰ ਰਜਿਸਟਰ ਦੇ ਵਿੱਚ ਵੀ ਕੁਝ ਚੀਜ਼ਾਂ ਦਰਜ ਕੀਤੀਆਂ ਜਾਂਦੀਆਂ ਆ, ਤੇ ਜਿਹਦਾ ਪੁਲਿਸ ਦੇ ਵਿੱਚ ਇੱਕ ਰਿਕਾਰਡ ਹੁੰਦਾ ਕਿ ਸਮਾਂ ਆਉਣ ਤੇ ਹਰ ਇੱਕ ਚੀਜ਼ ਜਿਹੜੀ ਆ ਰਿਕਾਰਡ ਦੇ ਵਜੋਂ ਰਿਕਾਰਡ ਦੇ ਵਿੱਚ ਪਈ ਰਹੇ। ਉਹ ਸਾਰੀਆਂ ਚੀਜ਼ਾਂ ਤਮਾਮ ਜਿਹੜੀਆਂ ਸੀਗੀਆਂ ਉਹ ਅਧੂਰੀਆਂ ਸਨ। ਪੁਲਿਸ ਵੱਲੋਂ ਜਿਹੜੇ ਤੱਥ ਪੇਸ਼ ਕੀਤੇ ਗਏ ਸੀ ਉਹ ਤੱਥ ਬਿਲਕੁਲ ਝੂਠੇ ਤੇ ਨਿਰਾਧਾਰ ਪਾਏ ਗਏ, ਤੇ ਅਖੀਰ ਸੀਬੀਆਈ ਅਦਾਲਤ ਨੇ ਅੱਜ ਜਿਹੜੀ ਸਜ਼ਾ ਸੁਣਾਈ ਆ, ਤਾਂ 30 ਸਾਲ ਬਾਅਦ ਪਰਿਵਾਰਾਂ ਨੂੰ ਬਹੁਤ ਵੱਡਾ ਇਨਸਾਫ ਮਿਲਿਆ ਆ। ਜਿਹੜੇ ਸਾਹਿਬ ਸਿੰਘ ਦੇ ਭਰਾ ਸਰਤਾਜ ਸਿੰਘ ਨੇ, ਉਹਨਾਂ ਨੇ ਵੀ ਅੱਜ ਭਰੇ ਮਨ ਦੇ ਨਾਲ ਇਸ ਫੈਸਲੇ ਦਾ ਸਵਾਗਤ ਤਾਂ ਕੀਤਾ, ਪਰ ਉਹਨਾਂ ਨੇ ਇੱਕ ਭਾਰਤੀ ਨਿਆਂ ਪ੍ਰਣਾਲੀ ਪ੍ਰਤੀ ਇੱਕ ਰੋਸ ਗਿਲਾ ਵੀ ਜ਼ਾਹਰ ਕੀਤਾ ਹੈ ਕਿ 30 ਸਾਲ ਦੇ ਲੰਬੇ ਐਡੇ ਸਮੇਂ ਦੇ ਵਿੱਚ ਮੇਰਾ ਬਾਪ ਕਾਹਨ ਸਿੰਘ
ਬਹੁਤ ਅਦਾਲਤੀ ਚੱਕਰ ਕੱਟਦਾ, ਪੁਲਿਸ ਦੇ ਚੱਕਰ ਕੱਟਦਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਮੈਂ ਵੀ 10ਵੀਂ ਤੱਕ ਦੀ ਜਿਹੜੀ ਪੜ੍ਹਾਈ ਕੀਤੀ ਆ ਉਹ ਬਾਹਰ ਰਿਸ਼ਤੇਦਾਰਾਂ ਕੋਲ ਰਹਿ ਕੇ ਲੁਕ ਕੇ, ਕਿਉਂਕਿ ਉਹ ਸਮਾਂ ਬੜਾ ਮਾੜਾ ਸੀ। ਪੁਲਿਸ ਪਰਿਵਾਰਾਂ ਨੂੰ ਅਕਸਰ ਉਸ ਵੇਲੇ ਖਾੜਕੂ ਲਹਿਰ ਦੇ ਦੌਰਾਨ ਤੰਗ ਕਰਦੀ ਸੀ। ਇਹ ਸਾਰੀਆਂ ਜਿਹੜੀਆਂ ਘਟਨਾਵਾਂ ਘਟੀਆਂ ਨੇ ਤੇ 30 ਸਾਲ ਦਾ ਲੰਬਾ ਸਮਾਂ ਇਨਸਾਫ ਮਿਲਣਾ ਔਰ ਇੰਨਾ ਲੇਟ ਮਿਲਣਾ, ਉੱਤੇ ਪਰਿਵਾਰ ਦੀ ਮਜਬੂਰੀ ਤਹਿਤ ਜਿਹੜੀ ਆ ਖੁਸ਼ੀ ਵੀ ਜ਼ਾਹਰ ਕੀਤੀ ਗਈ ਆ ਤੇ ਕਿਤੇ ਨਾ ਕਿਤੇ ਆਪਣੇ ਪਰਿਵਾਰ ਦੇ ਉਸ ਤੇ ਜਿਹੜੇ ਬੰਦੇ ਗਏ ਸੀ 3, ਉਹ ਜਿਹੜੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜਿਹੜੇ ਉਸ ਵੇਲੇ ਮਾਰੇ ਗਏ ਆ, ਉਹਨਾਂ ਨੂੰ ਲੈ ਕੇ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ। ਪਰ ਜੇ ਆਪਾਂ 1978 ਤੋਂ ਲੈ ਕੇ ਸ਼ਰਮਾ ਜੀ 1992, 93, 95 ਤੱਕ ਦੇ ਸਫ਼ੇ ਫੋਲਦੇ ਆ ਤੇ ਸਫ਼ੇ ਜਿਹੜੇ ਆ ਉਹ ਬਹੁਤ ਹੀ ਗਹਿਰੇ ਦਰਦ ਦੇਣ ਵਾਲੇ ਆ। ਬਿਲਗਾ ਸਾਹਿਬ, ਮੈਨੂੰ ਯਾਦ ਆ ਕਿ ਅਸੀਂ ਕਹਾਣੀ ਪੜ੍ਹਦੇ ਹੁੰਦੇ ਸੀ 98 ਕਾ ਚੋਰ। ਉਹਦੇ ਵਿੱਚ ਪਾਤਰ ਸੀ 2 ਵੱਡੇ ਅਫਸਰ, ਇੱਕ ਜੁਡੀਸ਼ਰੀ ਦਾ ਤੇ ਇੱਕ ਇੰਜੀਨੀਅਰਿੰਗ ਦਾ। ਨਾਮ ਸ਼ੇਖ ਸਾਹਿਬ ਤੇ ਜਗਤ ਸਿੰਘ ਸੀ ਸ਼ਾਇਦ, ਤੇ ਦੋਨਾਂ ਦੇ ਨੌਕਰ ਸੀ ਰਸੀਲਾ ਤੇ ਰਮਜ਼ਾਨ ਜੀ। ਉਹ ਕਹਾਣੀ ਜਿਹੜੀ ਆ ਦਰਸ਼ਕਾਂ ਨੂੰ ਯਾਦ ਹੋਣੀ ਆ, ਜੇ ਨਾ ਯਾਦ ਹੋਈ ਤੇ ਹੁਣ ਯਾਦ ਆ ਜਾਣੀ ਆ। ਗੱਲ ਸਿਰਫ ਇੱਕ 98 ਦੀ ਚੋਰੀ ਦੀ ਹੁੰਦੀ ਆ। 98 ਵੀ ਅੱਜ ਦੇ ਨਿਆਣਿਆਂ ਨੂੰ, ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਹੋਣਾ। 1 ਰੁਪਈਏ ਦੇ ਅੱਧੇ ਹਿੱਸੇ 8 ਆਨੇ, ਕਿਉਂਕਿ 16 ਆਨਿਆਂ ਦਾ ਰੁਪਈਆ ਹੁੰਦਾ ਸੀ ਜੀ। ਉਸ 98 ਦੀ ਚੋਰੀ ਕਰਕੇ ਉਸੇ ਜੱਜ ਨੇ ਉਸ ਨੌਕਰ ਨੂੰ 6 ਮਹੀਨੇ ਦੀ ਸਜ਼ਾ ਦੇ ਦਿੰਦੀ ਆ। ਤੇ ਉਹ ਜਿਸ ਰੁਮਾਲ ਨਾਲ ਅੱਖਾਂ ਪੂੰਝਦਾ ਹੈ, ਉਸ ਰੁਮਾਲ ਵਿੱਚ ਉਸ ਜੱਜ ਨੇ ਆਪ ਰਿਸ਼ਵਤ ਲਈ ਹੁੰਦੀ ਆ। ਇਹੋ ਜਿਹੀ ਕਹਾਣੀ ਸਿਰਜੀ ਸੀ ਹਿੰਦੀ ਦੇ ਮਹਾਨ ਕਹਾਣੀਕਾਰ ਮੁਨਸ਼ੀ ਪ੍ਰੇਮ ਚੰਦ ਨੇ ਜੀ। ਤੇ ਬਾਲਮਨ ਸੀ ਉਹ। ਜਦੋਂ ਉਹ ਕਹਾਣੀ ਪੜ੍ਹਦੇ ਸੀ ਤੇ ਅਸੀਂ ਅੱਖਾਂ ਗਿੱਲੀਆਂ ਕਰਦੇ ਸੀ ਕਿ ਨੌਕਰ ਨੂੰ ਸਿਰਫ 98 ਕਰਕੇ ਸਜ਼ਾ ਮਿਲ ਗਈ ਜੀ। ਤੇ ਅੱਜ ਜਦੋਂ ਪੁਲਿਸ ਵੱਲੋਂ ਅਜਿਹੇ ਮੁਕਾਬਲੇ ਦੇਖਦੇ ਆ ਤੇ ਹੰਝੂ ਨਹੀਂ ਆਉਂਦੇ। ਅਸੀਂ ਵੀ ਉੱਦਾਂ ਦੇ ਹੋ ਗਏ ਆ ਜਿੱਦਾਂ ਦਾ ਸਮਾਜ ਹੋ ਗਿਆ। ਜਿੱਦਾਂ ਸਰਤਾਜ ਗੀਤ ਗਾਉਂਦਾ, ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ। ਦਿਲ ਬਿਲਕੁਲ ਨਹੀਂ ਚਾਹੁੰਦਾ ਇਹੋ ਜਿਹਾ ਕੁਝ ਹੋਵੇ। ਜੇ ਕੁਝ ਹੋਵੇ ਤੇ ਇਹੋ ਜਿਹੀਆਂ ਘਟਨਾਵਾਂ ਦਾ ਜ਼ਿਕਰ ਕਰੀਏ। ਪਰ ਵਾਕਿਆ ਹੀ ਹੈਰਾਨੀ ਦੀ ਗੱਲ ਹੈ, ਅੰਤ ਦੁੱਖ ਦੀ ਗੱਲ ਹੈ ਕਿ ਜਿਸ ਪੁਲਿਸ ਦੀ ਡਿਊਟੀ ਹੈ ਕਿ ਆਮ ਨਾਗਰਿਕਾਂ ਦੇ ਜਾਨ ਮਾਲ ਦੀ ਰਾਖੀ ਕਰਨੀ, ਲਾਅ ਐਂਡ ਆਰਡਰ ਨੂੰ ਬਣਾ ਕੇ ਰੱਖਣਾ, ਜੇਕਰ ਕਿਸੇ ਨੂੰ ਫੜਿਆ ਵੀ ਸੀ, ਜੇਕਰ ਉਹਨਾਂ ਦੇ ਉੱਤੇ ਕੋਈ ਸ਼ੱਕ ਸੀ, ਜੇਕਰ ਉਹ ਦੋਸ਼ੀ ਵੀ ਸੀ, ਤਾਂ ਤੁਸੀਂ ਉਹਨਾਂ ਨੂੰ ਝੂਠੇ ਮੁਕਾਬਲਿਆਂ 'ਚ ਨਹੀਂ ਮਾਰ ਸਕਦੇ। ਤੁਸੀਂ ਦੱਸਿਆ ਕਿ 77 ਤੋਂ 95 ਦੇ ਸਫ਼ਿਆਂ ਦੇ ਉੱਤੇ ਬਹੁਤ ਦਰਦ ਹੈ। ਮੈਨੂੰ ਤਾਂ ਇੱਦਾਂ ਲੱਗਦਾ ਕਿ ਸਫ਼ੇ ਹੀ ਬਹੁਤ ਕਾਲੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਇਸ ਵਿਚਾਰ ਨੂੰ, ਇਸ ਚਰਚਾ ਨੂੰ, ਇਸ ਗੱਲਬਾਤ ਨੂੰ ਵਿਰਾਮ ਦਈਏ, ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਬਿਲਕੁਲ ਸ਼ਰਮਾ ਜੀ, ਇਹ ਜਿਹੜੇ ਸੀਬੀਆਈ ਕੋਰਟ ਦੇ ਵਿੱਚ ਤੱਥ ਪੇਸ਼ ਕੀਤੇ ਗਏ ਨੇ ਸੀਬੀਆਈ ਵੱਲੋਂ, ਤਾਂ ਉਹਦੇ ਵਿੱਚ 2 ਗੱਲਾਂ ਵੱਡੀਆਂ ਹੋਰ ਉੱਭਰ ਕੇ ਸਾਹਮਣੇ ਆਈਆਂ, ਜਿਹੜੀਆਂ ਕਿ ਪਰਿਵਾਰ ਦੇ ਹੱਕ 'ਚ ਗਈਆਂ ਤੇ ਪੁਲਿਸ ਦਾ ਜਿਹੜਾ ਝੂਠ ਦਾ ਪਲੰਦਾ ਸੀ ਉਹਨੂੰ ਝੂਠ ਦੇ ਪਲੰਦੇ ਨੂੰ ਸਾਬਤ ਕਰਨ ਦੇ ਵਿੱਚ ਸੀਬੀਆਈ ਜਿਹੜੀ ਉਹ ਸਫਲ ਰਹੀ। ਉਹਦੇ ਵਿੱਚ ਇਹ ਸੀ ਕਿ ਖਾਲਿਸਤਾਨ ਆਰਮਡ ਫੋਰਸ, ਜਿਹੜਾ ਕਿ ਇਸ ਖਾੜਕੂਵਾਦ ਜਥੇਬੰਦੀ ਸੀਗੀ, ਇਹ 3 ਜਿਹੜੇ ਵਿਅਕਤੀ ਸੀਗੇ ਇਹ ਉਹਨਾਂ ਦੇ ਨਾਲ ਜੋੜਿਆ ਗਿਆ ਕਿ ਮੱਧ ਪ੍ਰਦੇਸ਼ ਤੋਂ ਜਦੋਂ 7 ਵਿਅਕਤੀ ਲਿਆਂਦੇ ਗਏ ਤੇ ਇਹਨਾਂ 3 ਨੂੰ ਹੀ ਜਿਹੜਾ ਸੀਗਾ ਉਹ ਅਸਲੇ ਦੀ ਨਿਸ਼ਾਨਦੇਹੀ ਕਰਨ ਲਈ ਉਦਣ ਰਾਤ ਨੂੰ ਇਹ ਪੁਲਿਸ ਲੈ ਕੇ ਜਾਂਦੀ ਆ। ਸੀਬੀਆਈ ਅਦਾਲਤ ਨੇ ਇੱਕ ਸਭ ਨੂੰ ਵੱਡਾ ਉੱਥੇ ਇੱਕ ਜਿਹੜਾ ਤੱਥ ਦਿੱਤਾ ਆ, ਉਹ ਤੱਥ ਇਹ ਦਿੱਤਾ ਆ ਕਿ ਜੇ 20 ਦੇ ਕਰੀਬ ਪੁਲਿਸ ਮੁਲਾਜ਼ਮ 3 ਮੁਲਜ਼ਮਾਂ ਨੂੰ ਲੈ ਕੇ ਕਿਤੇ ਜਾਂਦੇ ਨੇ ਤੇ ਰਾਹ ਦੇ ਵਿੱਚ ਜਿਹੜਾ ਉਹਨੇ ਮੁਕਾਬਲਾ ਸ਼ੋਅ ਕੀਤਾ ਆ ਵੀ ਸਾਡੇ ਤੇ ਹਮਲਾ ਕੀਤਾ ਆ ਖਾੜਕੂਵਾ ਜਥੇਬੰਦੀਆਂ ਨੇ ਤੇ ਇਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਉੱਥੇ ਕਿਤੇ ਵੀ ਪੁਲਿਸ ਦੇ ਰਿਕਾਰਡ ਦੇ ਵਿੱਚ ਜਿਹੜੇ ਸ਼ਰਮਾ ਜੀ 20 ਦੇ 20 ਪੁਲਿਸ ਕਰਮਚਾਰੀ ਦੇ ਅਧਿਕਾਰੀ ਸਨ, ਉਹ ਕਿਸੇ ਇੱਕ ਬੰਦੇ ਦੇ ਵੀ ਕਿਸੇ ਦੇ ਕੋਈ ਝਰੀਟ ਤੱਕ ਨਹੀਂ ਆਈ, ਕਿਸੇ ਦੇ ਕੋਈ ਸੱਟ ਨਹੀਂ ਲੱਗੀ, ਚੋਟ ਨਹੀਂ ਲੱਗੀ, ਤੇ ਕੋਈ ਰਿਕਾਰਡਡ ਜਿਹੜਾ ਆ ਕੋਈ ਮੁਲਾਜ਼ਮ ਵੀ ਜਾ ਕੇ ਹਸਪੀਟਲ ਦਾਖਲ ਨਹੀਂ ਹੋਇਆ, ਕਿਸੇ ਰਿਕਾਰਡ ਦੇ ਵਿੱਚ ਕੋਈ ਗੱਲ ਨਹੀਂ ਪਾਈ ਵੀ ਸਾਡਾ ਫਲਾਨਾ ਮੁਲਾਜ਼ਮ ਜਿਹੜਾ ਸੀਗਾ ਇਸ ਮੁਕਾਬਲੇ ਦੇ ਵਿੱਚ ਜ਼ਖਮੀ ਹੋਇਆ। ਇਹ तमाम ਗੱਲਾਂ ਨੂੰ ਦੇਖਦੇ ਹੋਏ ਅਦਾਲਤ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਜਿਹੜਾ ਮੁਕਾਬਲਾ ਸੀਗਾ ਉਹ 100% ਜਿਹੜਾ ਉਹ ਝੂਠਾ ਸੀਗਾ ਤੇ ਇਹਦੇ ਵਿੱਚ ਜਿਹੜੇ ਮੁਲਾਜ਼ਮ ਉਹਨਾਂ ਨੇ ਦੋਸ਼ੀ ਪਾਏ ਆ ਤੇ ਉਹਨਾਂ ਨੂੰ ਸਜ਼ਾਵਾਂ ਅੱਜ ਮਿਲੀਆਂ ਆ। ਜੇਕਰ ਇੱਦਾਂ ਦੇ ਹੋਰ ਬਹੁਤ ਅਣਫੋਲੇ ਵਰਕੇ ਹੋਣਗੇ, ਜੇਕਰ ਉਹਨਾਂ ਨੂੰ ਫੋਲਿਆ ਜਾਵੇ ਤਾਂ ਇਹ ਜਿਹੜਾ ਦਰਦ ਆ ਇਹ ਬਹੁਤ ਪੰਨਿਆਂ ਤੇ ਲਿਖਿਆ ਆ। ਪਰ ਇਹ ਸਮਾਂ ਸੀ, ਪੰਜਾਬ ਦੇ ਵਿੱਚੋਂ ਇਹ ਗੁਜ਼ਰ ਗਿਆ ਆ। ਅਰਦਾਸ ਕਰਦੇ ਆ ਕਿ ਪੰਜਾਬ ਦੁਬਾਰਾ ਇੱਦਾਂ ਦਾ ਸਮਾਂ ਕਦੀ ਵੀ ਨਾ ਦੇਖੇ। ਬਿਲਕੁਲ ਸਾਹਿਬ, ਮਿੱਤਰ ਸੇਨ ਮੀਤ ਦੇ ਨਾਵਲ ਯਾਦ ਆਉਂਦੇ ਆ। ਕਟਹਿਰਾ ਸੁਧਾਰ ਘਰ ਤੇ ਤਫਤੀਸ਼, ਉਹ ਬੜੀ ਤਫਸੀਲ ਨਾਲ ਲਿਖੇ ਹੋਏ ਨੇ। ਜਿਹੜੇ ਸਾਡੇ ਪੁਲਿਸ ਪ੍ਰਸ਼ਾਸਨ ਦੀਆਂ ਕਮਜ਼ੋਰੀਆਂ, ਅਦਾਲਤਾਂ ਤੇ ਅਸੀਂ ਟਿੱਪਣੀ ਨਹੀਂ ਕਰਦੇ, ਪਰ ਉਹਦੇ ਵਿੱਚ ਉਹਦੇ ਬਾਰੇ ਵੀ ਬਹੁਤ ਕੁਝ ਲਿਖਿਆ ਤੇ ਜੇਲ੍ਹਾਂ ਦੇ ਵਿੱਚ ਜੋ ਕੁਝ ਹੁੰਦਾ ਉਹਦੇ ਬਾਰੇ ਵੀ ਬਹੁਤ ਕੁਝ ਲਿਖਿਆ। ਪਰ ਸਭ ਤੋਂ ਦੁਖਦਾਈ ਪਹਿਲੂ ਬੰਦੇ ਦੇ ਜਾਣ ਦਾ ਹੈ। ਇਸ ਤੋਂ ਵੱਡੀ ਕੋਈ ਸਜ਼ਾ ਨਹੀਂ ਹੈ, ਇਸ ਤੋਂ ਵੱਡਾ ਕੋਈ ਜੁਰਮ ਨਹੀਂ ਹੈਗਾ ਸਾਡੇ ਕਾਨੂੰਨ ਦੀ ਕਿਤਾਬ ਦੇ ਹਿਸਾਬ ਨਾਲ। ਪਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ
ਇੱਕ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਉਹਦੀ ਸੱਚਾਈ ਸਾਹਮਣੇ ਆਉਣ ਤੱਕ 30 ਸਾਲ ਲੱਗ ਗਏ। ਮਾਮਲਾ ਹਾਲੇ ਸੀਬੀਆਈ ਕੋਰਟ ਨੇ ਨਿਪਟਾਇਆ ਹੈ ਤੇ ਮੇਰਾ ਖਿਆਲ ਹੈ ਇਸ ਤੋਂ ਉੱਪਰ ਮਾਣਯੋਗ ਹੋਰ ਉੱਚ ਅਦਾਲਤ ਤੇ ਸਰਵਉੱਚ ਅਦਾਲਤ ਵੀ ਪੈਂਡਿੰਗ ਹੈ। ਫਿਰ ਪਾਤਰ ਸਾਹਿਬ ਦਾ ਉਹ ਸ਼ੇਰ ਯਾਦ ਆਉਂਦਾ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ। ਸਾਡੀਆਂ ਸਰਕਾਰਾਂ ਚਾਹੇ ਉਹ ਸਟੇਟ ਦੀਆਂ ਹੋਣ ਚਾਹੇ ਕੇਂਦਰ ਦੀਆਂ ਹੋਣ ਬਹੁਤ ਕੁਝ ਕਰਦੀਆਂ ਨੇ। ਕੱਲ ਚੀਫ ਜਸਟਿਸ ਸਾਹਿਬ ਰਿਟਾਇਰ ਹੋ ਰਹੇ ਨੇ ਤੇ ਆਸ ਕਰਦੇ ਹਾਂ ਕਿ ਚੀਫ ਜਸਟਿਸ ਸਾਹਿਬ ਤੇ ਨਵੇਂ ਮਿਲ ਜਾਣੇ ਨੇ ਤੇ ਜੱਜ ਅਦਾਲਤਾਂ ਦੇ ਵਿੱਚ ਜਿੰਨੀਆਂ ਵੀ ਖਾਲੀ ਪੋਸਟਾਂ ਨੇ ਉਹ ਜਲਦੀ ਭਰੀਆਂ ਜਾਣ। ਨਿਆਂ ਪ੍ਰਣਾਲੀ ਜਿਹੜੀ ਆ ਸੁਚਾਰੂ ਰੂਪ ਦੇ ਨਾਲ ਚੱਲੇ, ਨਾਲ ਦੀ ਨਾਲ ਤੇਜ਼ੀ ਨਾਲ ਵੀ ਚੱਲੇ। ਇਸੇ ਆਮ ਆਦਮੀ ਪਾਰਟੀ ਨੇ ਜਦੋਂ ਪਾਰਟੀ ਬਣਾਉਣ ਤੋਂ ਪਹਿਲਾਂ ਇੱਕ ਸੰਘਰਸ਼ ਵਿੱਢਿਆ ਸੀ ਦਿੱਲੀ ਦੇ ਵਿੱਚ ਲੋਕਪਾਲ ਬਣਾਉਣ ਲਈ, ਤੇ ਲੋਕਪਾਲ ਦੀ ਇੱਕ ਵੱਡੀ ਮੰਗ ਇਹ ਵੀ ਸੀ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਾਂ ਭਾਰਤ ਮੁਲਕ ਦੇ ਵਿੱਚ ਕੋਈ ਵੀ ਕੇਸ 1 ਸਾਲ ਤੋਂ ਵੱਧ ਨਾ ਚੱਲੇ। ਸਜ਼ਾ ਦਾ ਡਰ ਹੋਵੇ, ਜਲਦੀ ਫੜੇ ਜਾਣ ਦੀ ਕਵਾਇਦ ਹੋਵੇ, ਸਜ਼ਾ ਮਿਲਣ ਦੀ ਹੋਵੇ, ਸਜ਼ਾ ਸਖਤ ਹੋਵੇ ਤੇ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਤੋਂ ਸਾਡਾ ਸਮਾਜ ਜਿਹੜਾ ਆ ਉਹ ਉੱਭਰ ਸਕਦਾ ਹੈ। ਸਮਾਪਤੀ ਕਰਦੇ ਹਾਂ ਜੀ ਇਸ ਵਿਚਾਰ ਦੀ, ਇਸ ਗੱਲਬਾਤ ਦੀ, ਪਰ ਬਹੁਤ ਹੀ ਦੁਖੀ ਮਨ ਨਾਲ ਆਸ ਕਰਦੇ ਹਾਂ ਕਿ ਅੱਗੋਂ ਅਜਿਹਾ ਕੁਝ ਨਾ ਵਾਪਰੇ। ਬਹੁਤ ਬਹੁਤ ਧੰਨਵਾਦ ਬਿਲਗਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ।